ਹੈਲੋ ਸਟੂਡੈਂਟਸ, ਮੈਂ ਖੁਸ਼ੀ ਸ਼ਰਮਾ ਆਪ ਸਭ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਦੇ ਵਿੱਚ। ਸਟੂਡੈਂਟਸ, ਆਪਾਂ ਆਪਣੇ ਚੈਨਲ ਦੇ ਵਿੱਚ ਆਂਗਨਵਾੜੀ ਸੁਪਰਵਾਈਜ਼ਰ ਐਗਜ਼ਾਮ ਦੀ ਤਿਆਰੀ ਕਰਵਾ ਰਹੇ ਹਾਂ ਤੇ ਜੇਕਰ ਤੁਸੀਂ ਵੀ ਆਂਗਨਵਾੜੀ ਸੁਪਰਵਾਈਜ਼ਰ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਸਾਡੇ ਚੈਨਲ ਦੇ ਨਾਲ ਜੁੜ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੇ ਨੋਟੀਫਿਕੇਸ਼ਨ ਸਹੀ ਟਾਈਮ ਤੇ ਮਿਲਦੇ ਰਹਿਣ। ਜੋ ਐਗਜ਼ਾਮ ਹੈ ਉਹ 25 ਸੈਪਟੈਂਬਰ ਨੂੰ ਹੈ, ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ, ਤੇ ਮੇਰੇ ਅਕੋਰਡਿੰਗਲੀ ਤੁਸੀਂ ਸਭ ਵਧੀਆ ਤਰੀਕੇ ਨਾਲ ਪੂਰੀ ਮਿਹਨਤ ਨਾਲ ਲੱਗਨ ਨਾਲ ਤਿਆਰੀ ਕਰ ਰਹੇ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੰਪਿਊਟਰ ਦੇ ਨਾਲ ਰਿਲੇਟਡ ਕੁਝ ਇੱਕ MCQs ਕਰਾਂਗੇ। ਕਾਫੀ ਇੰਪੋਰਟੈਂਟ MCQs ਨੇ ਜੋ ਪੁਰਾਣੇ ਐਗਜ਼ਾਮਸ ਦੇ ਵਿੱਚ ਆਏ ਵੀ ਹੋਏ ਨੇ ਤੇ ਅੱਗੇ ਆਉਣ ਵਾਲੇ ਐਗਜ਼ਾਮਸ ਲਈ ਵੀ ਇੰਪੋਰਟੈਂਟ ਨੇ। ਸ਼ੁਰੂ ਕਰ ਲੈਂਦੇ ਹਾਂ ਅੱਜ ਦਾ ਵੀਡੀਓ। Which malicious program cannot do anything until actions are taken to activate the file attached by the malware? ਕੁਝ ਇੱਕ malicious programs ਹੁੰਦੇ ਨੇ ਜੋ ਉਦੋਂ ਤੱਕ ਕੁਝ ਨਹੀਂ ਕਰ ਸਕਦੇ ਤੁਹਾਡੇ ਕੰਪਿਊਟਰ ਦਾ ਜਦ ਤੱਕ ਉਹਨੂੰ ਐਕਟੀਵੇਟ ਕਰਨ ਲਈ ਕੁਝ ਐਕਸ਼ਨ ਨਾ ਲਿਆ ਜਾਵੇ ਤੁਹਾਡੇ ਦੁਆਰਾ। ਕੰਪਿਊਟਰ ਦੇ ਵਿੱਚ ਕੁਝ malicious programs ਆ ਜਾਂਦੇ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਟਰੋਜਨ ਹਾਰਸ, ਵਰਮ, ਵਾਇਰਸ ਜਾਂ ਬੋਟਸ। ਵਾਇਰਸ ਕਿਹਾ ਜਾਂਦਾ ਹੈ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਇਹ ਕੁਝ ਇੱਕ ਮੈਲੀਸ਼ੀਅਸ ਪ੍ਰੋਗਰਾਮਸ ਹੁੰਦੇ ਨੇ ਜੋ ਕੰਪਿਊਟਰ ਦੇ ਵਿੱਚ ਆ ਜਾਂਦੇ ਨੇ, ਪਰ ਜਦ ਤੱਕ ਤੁਸੀਂ ਇਹਨਾਂ ਨੂੰ ਐਕਟੀਵੇਟ ਵਗੈਰਾ ਨਹੀਂ ਕਰਦੇ ਉਦੋਂ ਤੱਕ ਇਹ ਤੁਹਾਡੇ ਕੰਪਿਊਟਰ ਦਾ ਕੁਝ ਨਹੀਂ ਵਿਗਾੜ ਸਕਦੇ। ਠੀਕ ਹੈ, ਨੈਕਸਟ ਕੁਐਸਚਨ ਹੈ, ਵਾਟ ਇਜ਼ ਦ ਨੇਮ ਆਫ ਫਸਟ ਕੰਪਿਊਟਰ ਵਾਇਰਸ? ਜਿਹੜਾ ਫਸਟ ਕੰਪਿਊਟਰ ਵਾਇਰਸ ਸੀਗਾ, ਇੰਪੋਰਟੈਂਟ ਕੁਐਸਚਨ ਹੈ, ਉਹਦਾ ਨਾਮ ਕੀ ਸੀ? ਦ ਫੇਮਸ, ਹਾਰਲੀ, ਪਰਮ ਜਾਂ ਕ੍ਰੀਪਰ? ਤੁਹਾਨੂੰ ਸਭ ਨੂੰ ਇਹਦਾ ਆਨਸਰ ਪਤਾ ਹੀ ਹੋਵੇਗਾ। ਫਸਟ ਕੰਪਿਊਟਰ ਜਿਹੜਾ ਵਾਇਰਸ ਸੀ ਉਹਦਾ ਨਾਮ ਸੀ ਆਪਸ਼ਨ ਨੰਬਰ D, ਕ੍ਰੀਪਰ। ਆਨਸਰ ਹੈ ਆਪਸ਼ਨ ਨੰਬਰ D, ਕ੍ਰੀਪਰ। ਥਰਡ ਕੁਐਸਚਨ ਹੈ, ਵਾਟ ਇਜ਼ ਦ ਫੁੱਲ ਫਾਰਮ ਆਫ ਵਾਇਰਸ? ਵਾਇਰਸ ਦੀ ਫੁੱਲ ਫਾਰਮ ਕੀ ਹੈ? ਵਿਟਲਾਈਜ਼ ਇਨਫੋਰਮੇਸ਼ਨ ਰਿਸੋਰਸ ਅੰਡਰ ਸੀਜ਼, ਵਾਈਟਲ ਇਨਫੋਰਮੇਸ਼ਨ ਰਿਸੋਰਸਿਸ ਅੰਡਰ ਸੀਜ਼, ਵਾਈਟਲ ਇਨਫੋਰਮੇਸ਼ਨ ਰਿਸੋਰਸਿਸ ਅੰਡਰ ਸੀਜ਼, vital information resources on dead seas? ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ C, ਵਾਈਟਲ ਇਨਫੋਰਮੇਸ਼ਨ ਰਿਸੋਰਸਿਸ ਅੰਡਰ ਸੀਜ਼। ਵਾਈਟਲ ਇਨਫੋਰਮੇਸ਼ਨ ਰਿਸੋਰਸਿਸ ਅੰਡਰ ਸੀਜ਼ ਵਾਇਰਸ ਦੀ ਫੁੱਲ ਫਾਰਮ ਹੈ ਆਪਸ਼ਨ ਨੰਬਰ C। ਤੁਸੀਂ ਇਹਨੂੰ ਨੋਟ ਵੀ ਕਰ ਸਕਦੇ ਹੋ, ਜੇਕਰ ਤੁਸੀਂ ਇਹਨੂੰ ਬਾਅਦ ਵਿੱਚ ਪੜ੍ਹਨਾ ਚਾਹੁੰਦੇ ਹੋ ਆਪਣੇ ਨੋਟਸ ਵਗੈਰਾ ਬਣਾ ਕੇ ਲਿਖ ਸਕਦੇ ਹੋ। ਇਹ ਜੇ ਤੁਹਾਨੂੰ ਯਾਦ ਰਹਿੰਦਾ ਤਾਂ ਜ਼ਿਆਦਾ ਬੈਟਰ ਹੈ। ਵਾਈਟਲ ਇਨਫੋਰਮੇਸ਼ਨ ਰਿਸੋਰਸਿਸ ਅੰਡਰ ਸੀਜ਼। ਲਾਰਜ ਕਲੈਕਸ਼ਨ ਆਫ ਫਾਈਲਸ ਆਰ ਕਾਲਡ? ਜੇ ਫਾਈਲਸ ਦੀ ਲਾਰਜ ਕਲੈਕਸ਼ਨ ਹੋਵੇ ਉਹਨੂੰ ਕੀ ਕਿਹਾ ਜਾਂਦਾ ਹੈ? ਫੀਲਡਸ, ਡਾਟਾਬੇਸ, ਸੈਕਟਰਸ ਜਾਂ ਰਿਕਾਰਡਸ? ਲਾਰਜ ਕਲੈਕਸ਼ਨਸ ਆਫ ਫਾਈਲਸ ਨੂੰ ਕਿਹਾ ਜਾਂਦਾ ਹੈ ਆਪਸ਼ਨ ਨੰਬਰ B, ਡਾਟਾਬੇਸ। ਕੁਐਸਚਨ 4 ਦਾ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ, ਡਾਟਾਬੇਸ। ਕੁਐਸਚਨ 5, ਵੈਨ IPv6 launched? IPv6 ਕਦੋਂ ਲਾਂਚ ਹੋਇਆ ਸੀ? ਜੂਨ 2, 2012, ਜੂਨ 4, 2012, ਜੂਨ 5, 2012 ਜਾਂ ਜੂਨ 6, 2012? ਆਨਸਰ ਹੈ ਜੂਨ 6, 2012। IPv6 ਕਦੋਂ ਲਾਂਚ ਹੋਇਆ ਸੀ? 6 ਜੂਨ 2012 ਨੂੰ IPv6 ਜੋ ਹੈ ਉਹ ਲਾਂਚ ਹੋਇਆ ਸੀ, 6 ਜੂਨ 2012। ਇੰਪੋਰਟੈਂਟ ਕੁਐਸਚਨ ਹੈ, ਤੁਸੀਂ ਇਸ ਨੂੰ ਯਾਦ ਜ਼ਰੂਰ ਕਰਿਓ। TCP IP ਸੂਟ ਵਾਜ਼ ਕ੍ਰੀਏਟਡ ਬਾਏ? TCP ਜਾਂ IP ਸੂਟ ਕਿਹਦੇ ਦੁਆਰਾ ਕ੍ਰੀਏਟ ਕੀਤਾ ਗਿਆ? IEEE, ਡਿਪਾਰਟਮੈਂਟ ਆਫ ਡਿਫੈਂਸ, ਓਪਨ ਸੋਰਸ, ਨਨ ਆਫ ਦੀ ਅਬਵ? ਇੰਪੋਰਟੈਂਟ ਕੁਐਸਚਨ ਵੀ ਹੈ ਤੇ ਈਜ਼ੀ ਵੀ ਹੈ। ਮੇਰੇ ਅਕੋਰਡਿੰਗਲੀ ਤੁਹਾਨੂੰ ਸਭ ਨੂੰ ਇਹਦਾ ਆਨਸਰ ਪਤਾ ਹੀ ਹੋਵੇਗਾ। ਰਾਈਟ ਆਨਸਰ ਹੈ ਆਪਸ਼ਨ ਨੰਬਰ B, ਡਿਪਾਰਟਮੈਂਟ ਆਫ ਡਿਫੈਂਸ। ਕੁਐਸਚਨ ਨੰਬਰ 6 ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ B, ਡਿਪਾਰਟਮੈਂਟ ਆਫ ਡਿਫੈਂਸ। ਨੈਕਸਟ ਕੁਐਸਚਨ ਹੈ, ਟਰਮ HTTP ਸਟੈਂਡਸ ਫॉर? ਹਾਈਪਰ ਟਰਮੀਨਲ ਟ੍ਰੇਸਿੰਗ ਪ੍ਰੋਗਰਾਮ, ਹਾਈਪਰ ਟੈਕਸਟ ਟ੍ਰੇਸਿੰਗ ਪ੍ਰੋਟੋਕੋਲ, ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ, ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਗਰਾਮ। HTTP stands for Hyper Text Transfer Protocol. Option number C. Question number 6 the option number C is the right answer. Question number 7, FTP stands for File Transfer Program, File Transmission Protocol, File Transfer Protocol, File Transfer Protection, File Transfer Protocol. Option number C. Question number 7 the option number C is the right answer, File Transfer Protocol.
ਵਟ ਇਜ਼ ਦ ਇੰਟਰਸੈਕਸ਼ਨ ਆਫ ਅ ਕਾਲਮ ਐਂਡ ਰੋ ਔਨ ਅ ਵਰਕਸ਼ੀਟ ਇਜ਼ ਕਾਲਡ। ਵਰਕਸ਼ੀਟ ਦੇ ਵਿੱਚ ਕਾਲਮ ਤੇ ਰੋ ਦੀ ਇੰਟਰਸੈਕਸ਼ਨ ਹੁੰਦੀ ਹੈ, ਉਹਨੂੰ ਕੀ ਕਿਹਾ ਜਾਂਦਾ ਹੈ? ਵੈਲਿਊ, ਕਾਲਮ, ਐਡਰੈਸ ਜਾਂ ਸੈੱਲ। ਕਾਲਮ ਤੇ ਰੋ ਦੀ ਇੰਟਰਸੈਕਸ਼ਨ ਨੂੰ ਕਿਹਾ ਜਾਂਦਾ ਹੈ ਆਪਸ਼ਨ ਨੰਬਰ ਡੀ, ਸੈੱਲ। ਸੈੱਲ ਇਜ਼ ਦ ਰਾਈਟ ਆਂਸਰ। ਨੈਕਸਟ ਕੁਐਸਚਨ ਹੈ, ਇਫ ਯੂ ਵਾਂਟ ਟੂ ਅਨਡੂ ਐਨ ਐਕਸ਼ਨ ਇਨ ਅ ਡਾਕੂਮੈਂਟ ਦੈਨ ਪ੍ਰੈਸ। ਕੋਈ ਐਕਸ਼ਨ ਤੁਸੀਂ ਕਰ ਦਿੱਤਾ ਹੈ ਡਾਕੂਮੈਂਟ ਦੇ ਵਿੱਚ, ਲੇਕਿਨ ਤੁਸੀਂ ਉਹਨੂੰ ਅਨਡੂ ਕਰਨਾ ਚਾਹੁੰਦੇ ਹੋ, ਮਤਲਬ ਤੁਸੀਂ ਕੁਝ ਲਿਖ ਦਿੱਤਾ, ਕੇ ਲਿਖ ਦਿੱਤਾ ਹੈ, ਪਰ ਤੁਸੀਂ ਵਾਪਸ ਪਿੱਛੇ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਅਨਡੂ ਕਿੱਦਾਂ ਕਰੋਗੇ? ਕੰਟਰੋਲ ਆਰ, ਕੰਟਰੋਲ ਯੂ, ਕੰਟਰੋਲ ਐਕਸ ਜਾਂ ਕੰਟਰੋਲ ਜ਼ੈਡ। ਅਨਡੂ ਕਰਨ ਦੀ ਜਿਹੜੀ ਸ਼ਾਰਟਕਟ ਕੀ ਹੈ ਉਹ ਹੈ ਕੰਟਰੋਲ ਜ਼ੈਡ। ਆਪਸ਼ਨ ਨੰਬਰ ਡੀ, ਕੰਟਰੋਲ ਜ਼ੈਡ। ਵਿਚ ਆਫ ਦ ਫੋਲੋਇੰਗ ਸ਼ਾਰਟਕਟ ਕੀ ਇਜ਼ ਯੂਜ਼ ਟੂ ਚੈੱਕ ਸਪੈਲਿੰਗ। ਸਪੈਲ ਚੈੱਕ ਕਰਨ ਵਾਸਤੇ ਮੈਂ ਪੁਰਾਣੀ ਵੀਡੀਓ ਦੇ ਵਿੱਚ ਵੀ ਕਰਵਾਇਆ ਸੀ। ਕਿਹੜੀ ਹੈ? F3, F11, FS, F7। F7 ਜੋ ਹੈ ਸ਼ਾਰਟਕਟ ਕੀ ਹੈ ਸਪੈਲਿੰਗ ਚੈੱਕ ਕਰਨ ਵਾਸਤੇ। ਕੁਐਸਚਨ ਨੰਬਰ 11 ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਡੀ। ਪ੍ਰੈਸ ਡੈਸ਼ ਟੂ ਐਂਡ ਅ ਪ੍ਰੈਜੈਂਟੇਸ਼ਨ। ਪ੍ਰੈਜੈਂਟੇਸ਼ਨ ਨੂੰ ਐਂਡ ਕਰਨ ਵਾਸਤੇ ਕੀ ਪ੍ਰੈਸ ਕਰੂੰਗੇ? ਟੈਬ, ESC, ਸ਼ਿਫਟ ਜਾਂ ਡਿਲੀਟ। ਰਾਈਟ ਆਂਸਰ ਹੈ ESC। ਕਿਸੇ ਵੀ ਪ੍ਰੈਜੈਂਟੇਸ਼ਨ ਨੂੰ ਐਂਡ ਕਰਨ ਲਈ ਤੁਸੀਂ ESC ਜਿਹੜੀ ਟੈਬ ਹੈ, ਸਕੇਪ, ਇਹਨੂੰ ਯੂਜ਼ ਕਰੋਗੇ। ਇਹਦਾ ਰਾਈਟ ਆਂਸਰ ਹੋ ਗਿਆ ਆਪਸ਼ਨ ਨੰਬਰ ਬੀ ਇਜ਼ ਰਾਈਟ ਆਂਸਰ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਵਨ ਆਫ ਪਾਵਰ ਪੁਆਇੰਟ ਵਿਊ। ਇਹਦਾ ਜਿਹੜਾ ਆਂਸਰ ਹੈ ਉਹ ਤੁਸੀਂ ਮੈਨੂੰ ਦੱਸਣਾ ਹੈ ਕੀ ਰਾਈਟ ਆਂਸਰ ਹੈ। ਪਾਵਰ ਪੁਆਇੰਟ ਵਿਊ ਦਾ ਕਿਹੜਾ ਇਹਨਾਂ ਵਿੱਚੋਂ ਕਿਹੜਾ ਇੱਕ ਇੱਦਾਂ ਦਾ ਵਿਊ ਹੈ ਜੋ ਪਾਵਰ ਪੁਆਇੰਟ ਦਾ ਵਿਊ ਨਹੀਂ ਹੈ? ਸਲਾਈਡ ਸ਼ੋ ਵਿਊ, ਸਲਾਈਡ ਵਿਊ, ਪ੍ਰੈਜੈਂਟੇਸ਼ਨ ਵਿਊ ਜਾਂ ਆਊਟਲਾਈਨ ਵਿਊ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਵਨ ਆਫ ਪਾਵਰ ਪੁਆਇੰਟ ਵਿਊ। ਕਿਹੜਾ ਵਿਊ ਇੱਦਾਂ ਦਾ ਹੈ ਜਿਹੜਾ ਪਾਵਰ ਪੁਆਇੰਟ ਦਾ ਵਿਊ ਨਹੀਂ ਹੈ? ਠੀਕ ਹੈ ਜੀ, ਤੁਸੀਂ ਇਹਦਾ ਆਂਸਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ। What is the term used when you press and hold the left mouse key and move the mouse around the slide? ਇੱਥੇ move ਦੀ ਜਗ੍ਹਾ move ਆਵੇਗਾ, move. What is the term used when you press and hold the left mouse key and move the mouse around the slide? ਜਦੋਂ ਤੁਸੀਂ ਮਾਊਸ ਦੇ ਲੈਫਟ ਕੀ ਨੂੰ ਹੋਲਡ ਕਰਦੇ ਹੋ ਤੇ ਮਾਊਸ ਨੂੰ ਸਲਾਈਡ ਦੇ ਆਲੇ ਦੁਆਲੇ ਮੂਵ ਕਰਦੇ ਹੋ, ਉਹਨੂੰ ਕੀ ਕਹਿੰਦੇ ਆ? ਮੂਵਿੰਗ, ਡਰੈਗਿੰਗ, ਹਾਈਲਾਈਟਿੰਗ ਜਾਂ ਮੋਨੀਟਰਿੰਗ। ਤੁਸੀਂ ਕੀ ਕਰਦੇ ਹੋ? ਆਪਸ਼ਨ ਨੰਬਰ ਬੀ, ਡਰੈਗ ਕਰਦੇ ਹੋ ਕੰਪਿਊਟਰ ਦੇ ਕਰਸਰ ਨੂੰ ਮਾਊਸ ਦੀ ਹੈਲਪ ਦੇ ਨਾਲ। ਡਰੈਗਿੰਗ ਇਜ਼ ਦਾ ਰਾਈਟ ਆਂਸਰ। ਮੀਨਿੰਗ ਆਫ ਫੋਰਟ੍ਰੈਨ, FORTRAN ਦੀ ਫੁੱਲ ਫਾਰਮ ਕੀ ਹੈ? ਫਾਰਮੂਲਾ ਟ੍ਰੇਨ, ਫਾਰਮੂਲਾ ਟ੍ਰਾਂਸਲੇਸ਼ਨ, ਫਾਰਮੂਲਾ ਟ੍ਰੇਨ ਨੈਟਵਰਕ, ਫਾਰਮੂਲਾ ਟ੍ਰਾਂਸਲੇਸ਼ਨ ਨੈਟਵਰਕ। ਰਾਈਟ ਆਂਸਰ ਹੈ ਆਪਸ਼ਨ ਨੰਬਰ ਬੀ, ਫਾਰਮੂਲਾ ਟ੍ਰਾਂਸਲੇਸ਼ਨ। 15ਵੇਂ ਦਾ ਆਂਸਰ ਨੰਬਰ ਬੀ। ਫੁੱਲ ਫਾਰਮ ਆਫ ISDN, ਇੰਟੀਗ੍ਰੇਟਿਡ ਸਰਵਿਸਿਜ਼ ਡਿਜੀਟਲ ਨੈਟਵਰਕ, ਇੰਟੀਗ੍ਰੇਟਿਡ ਸਰਵਿਸਿਜ਼ ਡਬਲ ਨੈਟਵਰਕ, इंटर सर्विसेज डिजिटल नेटवर्क, इंटीग्रेटेड सर्वर डिजिटल नेटवर्क। ऑप्शन नंबर ए इज द राइट आंसर। फुल फॉर्म ऑफ ISDN इज इंटीग्रेटेड सर्विसेज डिजिटल नेटवर्क। 16वें द ऑप्शन नंबर ए। नेक्स्ट क्वेश्चन है फुल फॉर्म ऑफ CSS, क्रिएटिव स्टाइल शॉर्ट्स, क्रिएटिव स्टाइल शीट्स, कास्केडिंग स्टाइल शीट्स, कास्केडिंग स्टाइल शॉर्ट्स। ऑप्शन नंबर सी, कास्केडिंग स्टाइल शीट्स। 17वें दा ऑप्शन नंबर सी इज द राइट आंसर। फुल फॉर्म ऑफ PHP, PHP दी फुल फॉर्म की है? प्रोसैसर हाइपरटेक्स्ट प्रोग्राम, हाइपरटेक्स्ट प्री प्रोसैसर, प्री हाइपरटेक्स्ट प्रोसैसर, प्री प्रोसैसर हाइपरटेक्स्ट। ਇਹਦਾ ਰਾਈਟ ਆਂਸਰ ਕੀ ਹੈ? ਕੁਐਸਚਨ ਨੰਬਰ 18 ਦਾ PHP ਦੀ ਫੁੱਲ ਫਾਰਮ ਕੀ ਹੈ? ਇਹਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਬੀ, ਹਾਈਪਰ ਟੈਕਸਟ ਪ੍ਰੀ ਪ੍ਰੋਸੈਸਰ। ਇਹਦੀ ਫੁੱਲ ਫਾਰਮ ਨੂੰ ਯਾਦ ਕਰ ਲਵੋ, ਹਾਈਪਰ ਟੈਕਸਟ ਪ੍ਰੀ ਪ੍ਰੋਸੈਸਰ। ਫੁੱਲ ਫਾਰਮ ਆਫ PDF, ਪ੍ਰਿੰਟਡ ਡਾਕੂਮੈਂਟ ਫਾਰਮੈਟ, ਪਬਲਿਕ ਡਾਕੂਮੈਂਟ ਫਾਰਮੈਟ, ਪੋਰਟੇਬਲ ਡਾਕੂਮੈਂਟ ਫਾਰਮੈਟ ਜਾਂ ਪਬਲਿਸ਼ਡ ਡਾਕੂਮੈਂਟ ਫਾਰਮੈਟ। PDF ਦੀ ਫੁੱਲ ਫਾਰਮ ਹੈ ਆਪਸ਼ਨ ਨੰਬਰ ਸੀ, ਪੋਰਟੇਬਲ ਡਾਕੂਮੈਂਟ ਫਾਰਮੈਟ। ऑप्शन सी। फुल फॉर्म ऑफ HTML,
HTML ਦੀ ਫੁੱਲ ਫਾਰਮ ਸਾਰੇ ਸਟੂਡੈਂਟਸ ਨੂੰ ਜ਼ਰੂਰ ਪਤਾ ਹੋਵੇਗੀ। ਹਾਈਪਰ ਟੈਕਸਟ ਮੈਜਿਕ ਲਾਈਨ, ਹਾਈਪਰ ਟੈਕਸਟ ਮਾਰਕਅਪ ਲਾਈਨ, ਹਾਈਪਰ ਟੈਕਸਟ ਮਾਰਕਅਪ ਲੈਂਗੁਏਜ, ਹਾਈ ਟੈਕਸਟ ਮਾਰਕਅਪ ਲੈਂਗੁਏਜ। ਇਹਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਸੀ, ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। 21 ਫੁੱਲ ਫਾਰਮ ਆਫ CD, कैरेट डिस्क, कॉम्पैक्ट डिस्क, कैरेट डाटा, कॉम्पैक्ट डाटा। CD की फुल फॉर्म है ऑप्शन नंबर बी, कॉम्पैक्ट डिस्क। 21 का ऑप्शन नंबर बी। फुल फॉर्म ऑफ MAC, मास एक्सेस कंट्रोल, मीडिया एक्सेस कंट्रोल, मास एक्सेस कैरिएज, मीडिया एक्सेस कैरिएज। फुल फॉर्म ऑफ MAC इज ऑप्शन नंबर बी, मीडिया एक्सेस कंट्रोल। MAC की फुल फॉर्म है मीडिया एक्सेस कंट्रोल। क्वेश्चन नंबर 23 फुल फॉर्म ऑफ UDP, यूज़र डाटा प्रोसेस, यूज़र डाटा प्रोटोकॉल, यूज़र डाटाग्राम प्रोसेस या यूज़र डाटाग्राम प्रोटोकॉल। UDP की फुल फॉर्म की है? इसका राइट आंसर है ऑप्शन नंबर डी, यूज़र डाटाग्राम प्रोटोकॉल। यूज़र डाटाग्राम प्रोटोकॉल। नेक्स्ट क्वेश्चन है फुल फॉर्म ऑफ ARP, एड्रेस रिजोल्यूशन प्रोटोकॉल, अलाइड रिजोल्यूशन प्रोटोकॉल, एड्रेस रिजोल्यूशन प्रोसेस, एड्रेस रेक्टिफिकेशन प्रोटोकॉल। ARP की फुल फॉर्म है ऑप्शन नंबर ए, एड्रेस रिजोल्यूशन प्रोटोकॉल। नेक्स्ट क्वेश्चन है फुल फॉर्म ऑफ XML, एक्सटेंसिबल मारिया लेटर्स, एक्सटेंसिबल मीडिया लैंग्वेज, एक्सटेंसिबल मार्कअप लैंग्वेज, एक्सटेंसिबल मार्कअप लैंग्वेज। ऑप्शन डी, एक्सटेंसिबल मार्कअप लैंग्वेज इज द राइट आंसर। XML की है एक मार्कअप लैंग्वेज है, केड़ी मार्कअप लैंग्वेज? एक्सटेंसिबल मार्कअप लैंग्वेज। फुल फॉर्म ऑफ JPEG, ज्वाइंट फोटो इलेक्ट्रॉनिक ग्रुप, ज्वाइंट पिक्चर इलेक्ट्रॉनिक ग्रुप, ज्वाइंट फोटो एक्सपर्ट ग्रुप, ज्वाइंट पिक्चर एक्सपर्ट ग्रुप। JPEG की फुल फॉर्म है ऑप्शन सी, ज्वाइंट फोटो एक्सपर्ट ग्रुप। नेक्स्ट क्वेश्चन है फुल फॉर्म ऑफ OMR, ऑप्टिकल मार्क रजिस्टर्स, ऑप्टिकल मार्क रिकोगनीशन, ऑप्टिकल मीटर रिकोगनीशन, ओरल मार्क रिकोगनीशन। इनू ऑप्टिकल मार्क रिकोगनीशन या रीडर भी कहा जाता है। ऑप्टिकल मार्क रीडर भी हो सकता है या रिकोगनीशन। क्वेश्चन नंबर 27 का राइट आंसर है ऑप्शन नंबर बी। ठीक है जी। नेक्स्ट क्वेश्चन है एक्सटेंशन ऑफ माइक्रोसॉफ्ट एक्सेल 2019 स्प्रैडशीट। ये क्वेश्चन आप पुरानी PPT ਦੇ ਵਿੱਚ ਵੀ ਕਰ ਚੁੱਕੇ ਹਾਂ। 2019 ਦੀ स्प्रैडशीट ਜਿਹੜੀ माइक्रोसॉफ्ट एक्सेल ਦੀ ਉਹਦੀ एक्सटेंशन की है? .xlsx, .wks, .xls, .is, .xlsx। ऑप्शन ए is the right answer. Mathematical prediction of radio waves was done by, रेडियो वेव्स की मैथमैटिकल प्रडिक्शन किन्हां द्वारा की गई? आइंस्टीन, हर्ट्ज, फैराडे या मैक्सवेल? राइट आंसर इज ऑप्शन नंबर डी, मैक्सवेल। मैक्सवेल द्वारा रेडियो वेव्स की मैथमैटिकल प्रडिक्शन नूं किया गया सी। विच शॉर्टकट की यूज टू कट टैक्सट, किसी टैक्सट नूं तुसीं लिख दिता है लेकिन उन्होंने तुसीं कट करना है, उहदी शॉर्टकट की है? कंट्रोल O, कंट्रोल D, कंट्रोल M या कंट्रोल X? ऑप्शन नंबर डी, कंट्रोल X इज़ द राइट आंसर। कट करन वास्ते तुसीं कंट्रोल X कर दिओ। शॉर्टकट की टू यूज टू क्विट प्रोग्राम, क्लोज करंट विंडो। किसी प्रोग्राम नूं बंद करना है, विंडो नूं जिहड़ी है क्लोज करना है, उसकी शॉर्टकट की है? Alt F1, Alt F2, Alt F3 या Alt F4? राइट आंसर इज ऑप्शन नंबर डी, Alt F4। प्रोग्राम नूं बंद करन लई शॉर्टकट की है? Alt + F4। कंट्रोल Y की करन लई यूज़ किया जाता है? अंडू द लास्ट एक्शन, रिपीट द लास्ट एक्शन, डिलीट द लास्ट पेज, डिलीट द फर्स्ट पेज। ये दोनों तो बिल्कुल नहीं है। अंडू करन वास्ते आपां करदे कंट्रोल Z,
यानी कि आंसर हो गया रिपीट द लास्ट एक्शन 32 ਦਾ ਆਪਸ਼ਨ ਨੰਬਰ B। ਸ਼ਾਰਟਕਟ ਕੀ ਯੂ ਕੈਨ ਪ੍ਰੈਸ ਟੂ ਕ੍ਰੀਏਟ ਅ ਕਾਪੀਰਾਈਟ ਸਿੰਬਲ। ਜੇ ਤੁਸੀਂ ਕਾਪੀਰਾਈਟ ਸਿੰਬਲ ਕ੍ਰੀਏਟ ਕਰਨਾ ਹੈ ਉਹਦੀ ਸ਼ਾਰਟਕਟ ਕੀ ਹੋਵੇਗੀ। Alt C, Control Shift C, Alt plus Control plus C, none of the above। ਇਹਦਾ ਰਾਈਟ ਆਂਸਰ ਹੈ Control Alt C, ਆਪਸ਼ਨ C। Control Alt ਤੇ C ਨੂੰ ਪ੍ਰੈਸ ਕਰਕੇ ਤੁਸੀਂ ਕਾਪੀਰਾਈਟ ਦਾ ਸਿੰਬਲ ਬਣਾ ਸਕਦੇ ਹੋ। ਠੀਕ ਹੈ ਜੀ, Control plus Alt plus C, ਆਪਸ਼ਨ C। Pressing F8 key for 3 times selects। F8 ਕੀ ਨੂੰ ਤੁਸੀਂ 3 ਵਾਰ ਸਿਲੈਕਟ ਕਰਦੇ ਹੋ ਤਾਂ ਕੀ ਹੋਊਗਾ। ਕੀ ਚੀਜ਼ ਸਿਲੈਕਟ ਹੋਊਗੀ, ਇੱਕ ਲੈਟਰ, ਇੱਕ ਵਰਡ, ਇੱਕ ਸੈਂਟੈਂਸ ਜਾਂ ਇੱਕ ਪੈਰਾਗ੍ਰਾਫ। ਕੁਐਸਚਨ ਨੰਬਰ 34 ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ C, ਇੱਕ ਸੈਂਟੈਂਸ ਜੋ ਹੈ ਉਹ ਸਿਲੈਕਟ ਹੋ ਜਾਊਗਾ ਜੇ ਤੁਸੀਂ F8 ਕੀ ਨੂੰ 3 ਵਾਰ ਪ੍ਰੈਸ ਕਰਦੇ ਹੋ ਤਾਂ। Bold, italic, regular are known as font style, font effects, text effects, all of the above। option number A, font style। The word 2019 document can be zoomed maximum up to। word 2019 ਦਾ ਡਾਕੂਮੈਂਟ ਕਿੰਨੇ ਤੱਕ ਤੁਸੀਂ ਜ਼ੂਮ ਕਰ ਸਕਦੇ ਹੋ, 100%, 200%, 400% ਜਾਂ 500%। ਆਪਸ਼ਨ ਨੰਬਰ D, 500% ਤੱਕ ਤੁਸੀਂ ਜ਼ੂਮ ਕਰ ਸਕਦੇ ਹੋ ਵਰਡ 2019 ਡਾਕੂਮੈਂਟ ਨੂੰ। 500% ਤੱਕ ਜ਼ੂਮ ਕਰ ਸਕਦੇ ਹੋ। What is the default font size of a new Word document based on normal template in 2019 Word? Default font size ਕੀ ਹੁੰਦਾ ਹੈ, 11 pt। option number C is the right answer। How can you increase the font size of selected text 1 point every time? ਕੋਈ ਟੈਕਸਟ ਨੂੰ ਤੁਸੀਂ ਸਿਲੈਕਟ ਕਰ ਲਿਆ ਤੇ ਉਹਨੂੰ 1 ਪੁਆਇੰਟ ਜੋ ਹੈ ਤੁਸੀਂ ਉਹਦਾ ਫੌਂਟ ਸਾਈਜ਼ ਇਨਕਰੀਜ਼ ਕਰਨਾ ਹੈ। ਕੀ ਪ੍ਰੈਸ ਕਰੋਗੇ, ਕੰਟਰੋਲ ਪਲੱਸ ਕੋਮਾ, ਕੰਟਰੋਲ ਪਲੱਸ ਬ੍ਰੈਕਟ। ਜਿਹੜੀ ਹੈ ਰਾਈਟ ਸਾਈਡ ਨੂੰ ਖੁੱਲ੍ਹਾ ਹੋਇਆ ਹੈ ਮੂੰਹ, ਦੂਸਰੇ ਦਾ ਲੈਫਟ ਸਾਈਡ ਨੂੰ ਖੁੱਲ੍ਹਾ ਹੋਇਆ ਹੈ। ਠੀਕ ਹੈ ਜੀ, ਤੇ ਇਹਦੇ ਵਿੱਚ ਆਪਸ਼ਨ ਨੰਬਰ D ਜਿਹੜਾ ਹੈ ਉਹ ਰਾਈਟ ਆਂਸਰ ਹੈ। ਜੇ ਤੁਸੀਂ ਇਨਕਰੀਜ਼ ਕਰਨਾ ਹੈ ਫੌਂਟ ਸਾਈਜ਼ ਨੂੰ, ਕੰਟਰੋਲ ਪਲੱਸ ਆ ਜਿਹੜਾ ਬ੍ਰੈਕਟ ਹੈ ਉਸ ਸਾਈਡ ਨੂੰ ਇਹਦਾ ਮੂੰਹ ਖੁੱਲ੍ਹਿਆ ਹੋਇਆ ਹੈ, ਲੈਫਟ ਸਾਈਡ ਨੂੰ। ਠੀਕ ਹੈ, ਜੇ ਕੋਈ ਫੌਂਟ ਤੁਸੀਂ ਲਿਖਿਆ 8, ਇਸ ਨੂੰ ਤੁਸੀਂ ਵਧਾਉਣਾ ਚਾਹੁੰਦੇ ਹੋ ਇਹਦਾ ਫੌਂਟ ਸਾਈਜ਼। ਠੀਕ ਹੈ, ਤਾਂ ਤੁਸੀਂ ਇਹ ਆਪਸ਼ਨ ਨੂੰ ਪ੍ਰੈਸ ਕਰੋਗੇ, ਕੰਟਰੋਲ ਪਲੱਸ ਬ੍ਰੈਕਟ, ਜਿਹੜਾ ਮੂੰਹ ਜਿਹੜਾ ਹੈਗਾ ਆ ਲੈਫਟ ਸਾਈਡ ਵੱਲ ਖੁੱਲ੍ਹਾ ਹੋਇਆ ਵਾ। ਵਿਚ ਕੀ ਡਿਲੀਟਸ ਦਾ ਕਰੈਕਟਰ ਟੂ ਦਾ ਲੈਫਟ ਟੂ ਦਾ ਕਰਸਰ। ਕਿਹੜੀ ਕੀ ਹੈ ਜਿਹੜੇ ਕਰੈਕਟਰ ਨੂੰ ਡਿਲੀਟ ਕਰਦੀ ਹੈ ਲੈਫਟ ਸਾਈਡ। ਜੇ ਲੈਫਟ ਸਾਈਡ ਦਾ ਤੁਸੀਂ ਕੋਈ ਕਰੈਕਟਰ ਡਿਲੀਟ ਕਰਨਾ ਹੈ ਤਾਂ ਕਿਹਨੂੰ ਤੁਸੀਂ ਪ੍ਰੈਸ ਕਰੋਗੇ, ਡਿਲੀਟ ਨੂੰ, ਬੈਕ ਸਪੇਸ ਨੂੰ, A and B ਬੋਥ, ਨਨ ਆਫ ਦੀ ਅਬਵ। ਬੈਕ ਸਪੇਸ ਨੂੰ ਤੁਸੀਂ ਪ੍ਰੈਸ ਕਰਕੇ ਲੈਫਟ ਸਾਈਡ ਦੇ ਕਰੈਕਟਰ ਨੂੰ ਡਿਲੀਟ ਕਰ ਸਕਦੇ ਹੋ, ਆਪਸ਼ਨ B। ਤੇ ਉਹੀ ਜੇ ਤੁਸੀਂ ਰਾਈਟ ਸਾਈਡ ਦਾ ਕੋਈ ਕਰੈਕਟਰ ਡਿਲੀਟ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ ਡਿਲੀਟ ਦੀ ਵਰਤੋਂ ਕਰਨੀ ਪਵੇਗੀ। Default PowerPoint standard layout, blank, title slide, title only, comparison। option number B is the right answer। PowerPoint ਦਾ standard layout default ਕਿਹੜਾ ਹੁੰਦਾ ਹੈ, default PowerPoint standard layout is title slide। नेक्स्ट क्वेश्चन है माइक्रोसॉफ्ट ऑफिस की है एप्लीकेशन सूट, ओपन सोर्स सॉफ्टवेयर, पब्लिक डोमेन सॉफ्टवेयर या शेयरवेयर। एक एप्लीकेशन सूट है जिहदे विच माइक्रोसॉफ्ट वर्ड भी हुंदा है, माइक्रोसॉफ्ट एक्सेल भी हुंदा है। ठीक है, यह की है, एक एप्लीकेशन सूट है। ऑप्शन नंबर A 41वें दा। विच ऑप्शन कैन बी यूज्ड टू सैट कस्टम टाइमिंग्स फॉर स्लाइड्स इन अ प्रेजेंटेशन। ਪ੍ਰੈਜੈਂਟੇਸ਼ਨ ਤੁਸੀਂ ਇੱਕ ਸਲਾਈਡਸ ਬਣਾਈਆਂ ਹੋਈਆਂ ਹੈ, ਪ੍ਰੈਜੈਂਟੇਸ਼ਨ ਬਣਾਈ ਹੈ, ਉਹਦੇ ਵਿੱਚ ਤੁਸੀਂ ਕਸਟਮ ਟਾਈਮਿੰਗ ਨੂੰ ਸੈੱਟ ਕਰਨਾ ਹੈ, ਕਿੱਦਾਂ ਕਰ ਸਕਦੇ ਹੋ। ਸਲਾਈਡਰ ਟਾਈਮਿੰਗਸ, ਰਿਹਰਸਲ, ਸਲਾਈਡਰ ਟਾਈਮਰ, ਸਲਾਈਡ ਸ਼ੋ ਸੈਟਅਪ। ਆਪਸ਼ਨ ਨੰਬਰ B, ਰਿਹਰਸਲ ਕਰਕੇ ਤੁਸੀਂ ਜੋ ਹੈ ਕਸਟਮ ਟਾਈਮਿੰਗ ਸੈੱਟ ਕਰ ਸਕਦੇ ਹੋ। ਬੈਕਗਰਾਊਂਡ ਕਲਰ ਔਨ ਅ ਡਾਕੂਮੈਂਟ ਇਜ਼ ਨਾਟ ਵਿਜ਼ੀਬਲ ਇਨ।
ਵੈਬ ਲੇਆਊਟ ਵਿਊ, ਪ੍ਰਿੰਟ ਪ੍ਰੀਵਿਊ, ਰੀਡਿੰਗ ਵਿਊ, ਪ੍ਰਿੰਟ ਲੇਆਊਟ ਵਿਊ। ਜਿਹੜਾ ਪ੍ਰਿੰਟ ਪ੍ਰੀਵਿਊ ਹੁੰਦਾ ਹੈ ਉਹਦੇ ਵਿੱਚ ਤੁਹਾਨੂੰ ਡਾਕੂਮੈਂਟ ਦਾ ਬੈਕਗਰਾਊਂਡ ਕਲਰ ਵਿਜ਼ੀਬਲ ਨਹੀਂ ਹੁੰਦਾ ਪ੍ਰਿੰਟ ਪ੍ਰੀਵਿਊ ਦੇ ਵਿੱਚ। ਵਿਚ ਕੀ ਵਿਲ ਓਪਨ ਐਨ ਓਪਨ ਡਾਇਲੋਗ ਬਾਕਸ। ਓਪਨ ਡਾਇਲੋਗ ਬਾਕਸ ਤੁਸੀਂ ਓਪਨ ਕਰਨਾ ਹੈ, ਕੀ ਤੁਹਾਨੂੰ ਪ੍ਰੈਸ ਕਰਨਾ ਪਵੇਗਾ। ਸ਼ਾਰਟਕਟ ਕੀ ਹੈ F12, Alt plus F12, Control plus F12, Shift plus F12। ਕੰਟਰੋਲ ਪਲੱਸ F12 ਜੋ ਹੈ ਸ਼ਾਰਟਕਟ ਕੀ ਹੈ, ਜਿਹਨੂੰ ਪ੍ਰੈਸ ਕਰਕੇ ਤੁਸੀਂ ਓਪਨ ਡਾਇਲੋਗ ਬਾਕਸ ਨੂੰ ਖੋਲ੍ਹ ਸਕਦੇ ਹੋ। ਕੰਟਰੋਲ ਪਲੱਸ F12 ਨੂੰ ਪ੍ਰੈਸ ਕਰਕੇ ਤੁਸੀਂ ਓਪਨ ਡਾਇਲੋਗ ਬਾਕਸ ਨੂੰ ਖੋਲ੍ਹ ਸਕਦੇ ਹੋ। ਵਿਚ ਇਜ਼ ਨਾਟ ਅ ਟਾਈਪ ਆਫ ਮਾਰਜਨ। ਮਾਰਜਨ ਜਿਹੜਾ ਹੁੰਦਾ ਹੈ ਟੌਪ ਮਾਰਜਨ ਵੀ ਹੁੰਦਾ, ਲੈਫਟ ਵੀ ਹੁੰਦਾ, ਰਾਈਟ ਵੀ ਹੁੰਦਾ, ਪਰ ਸੈਂਟਰ ਦਾ ਕੋਈ ਵੀ ਮਾਰਜਨ ਨਹੀਂ ਹੁੰਦਾ। ਮਾਰਜਨ ਮਤਲਬ ਉਹ ਸਾਈਡਸ 'ਚ ਜਿਹੜੀ ਆਪਾਂ ਜਗ੍ਹਾ ਛੱਡੀ ਹੁੰਦੀ ਆ, ਟੌਪ ਤੋਂ ਵੀ ਛੱਡ ਸਕਦੇ ਹਾਂ, ਲੈਫਟ ਤੋਂ ਵੀ, ਰਾਈਟ ਤੋਂ ਵੀ, ਲੇਕਿਨ ਆਪਸ਼ਨ ਨੰਬਰ ਡੀ ਸੈਂਟਰ ਤੋਂ ਨਹੀਂ ਛੱਡ ਸਕਦੇ। 45ਵੀਂ ਦਾ ਰਾਈਟ ਆਂਸਰ ਡੀ। ਮੈਕਰੋ ਕੀ ਹੈ? Small add-on programs that are installed afterwards if you need them. Type of high-level programming language, type of low-level programming language. Small programs created in MS Word to automate repetitive tasks by using VBA. ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ। ਜਿਹੜੇ ਬੱਚੇ ਕੰਪਿਊਟਰ ਯੂਜ਼ ਕਰਦੇ ਆ ਉਹਨਾਂ ਨੇ ਮੈਕਰੋ ਨੂੰ ਜ਼ਰੂਰ ਯੂਜ਼ ਕੀਤਾ ਹੋਊਗਾ। ਆਪਸ਼ਨ ਨੰਬਰ ਡੀ ਇਹਦਾ ਰਾਈਟ ਆਂਸਰ ਹੈ। What is macro? Small programs created in MS Word to automate repetitive tasks by using VBA. Question number 46 ਦਾ ਸਹੀ ਆਂਸਰ ਹੈ ਆਪਸ਼ਨ ਨੰਬਰ ਡੀ। ਆਟੋ ਫਿਟ ਦਾ ਵਿਡਥ ਆਫ ਕਾਲਮ। ਕਿਸੇ ਕਾਲਮ ਨੂੰ ਤੁਸੀਂ ਆਟੋ ਫਿਟ ਕਰਨਾ ਹੈ, ਕੀ ਕਰੋਗੇ? ਡਬਲ ਕਲਿੱਕ ਦ ਲੈਫਟ ਬਾਰਡਰ ਆਫ ਕਾਲਮ, ਡਬਲ ਕਲਿੱਕ ਦ ਰਾਈਟ ਬਾਰਡਰ ਆਫ ਕਾਲਮ, ਡਬਲ ਕਲਿੱਕ ਦ ਕਾਲਮ ਹੈਡਰ, ਨਨ ਆਫ ਅਬਵ। ਆਟੋ ਫਿਟ ਕਰਨਾ ਹੈ ਉਸ ਲਈ ਤੁਸੀਂ ਡਬਲ ਕਲਿੱਕ ਕਰੋਗੇ। ਕਿੱਥੇ ਕਰੋਗੇ? ਲੈਫਟ ਬਾਰਡਰ ਨੂੰ ਕਿ ਰਾਈਟ ਬਾਰਡਰ ਨੂੰ? ਰਾਈਟ ਆਂਸਰ ਹੈ ਰਾਈਟ ਸਾਈਡ ਤੁਸੀਂ ਜੋ ਹੈ ਡਬਲ ਕਲਿੱਕ ਕਰੋਗੇ ਬਾਰਡਰ ਨੂੰ। ਕਾਲਮ ਨਾ ਜਿੰਨਾ ਜਿਹੜੀ ਵਿਡਥ ਹੈ ਕਾਲਮ ਦੀ ਆਟੋ ਫਿਟ ਹੋ ਜਾਂਦੀ ਹੈ। ਐਕਸਲ ਦੇ ਵਿੱਚ ਜਦੋਂ ਤੁਸੀਂ ਕੰਮ ਕਰਦੇ ਹੋ, ਜੇ ਵਿਡਥ ਵਗੈਰਾ ਉਹਦੀ ਐਡਜਸਟੇਬਲ ਨਹੀਂ ਹੈ, ਸਹੀ ਤਰੀਕੇ ਨਾਲ ਨਹੀਂ ਐਡਜਸਟ ਹੋਈ, ਤੁਸੀਂ ਰਾਈਟ ਸਾਈਡ 'ਤੇ ਡਬਲ ਕਲਿੱਕ ਕਰੋਗੇ, ਉਹ ਖੁਦ ਤੋਂ ਸੈੱਟ ਹੋ ਜਾਊਗੀ। ਵਿਚ ਆਫ ਦ ਫੋਲੋਇੰਗ ਲਾਈਨ ਸਪੇਸਿੰਗ ਇਜ਼ ਇਨਵੈਲਿਡ। ਕਿਹੜੀ ਲਾਈਨ ਸਪੇਸਿੰਗ ਇਨਵੈਲਿਡ ਹੈ? ਇਹਦਾ ਰਾਈਟ ਆਂਸਰ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਹੈ, ਠੀਕ ਹੈ। ਇਹਦਾ ਰਾਈਟ ਆਂਸਰ ਕੀ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋਗੇ ਕਿਹੜੀ ਲਾਈਨ ਸਪੇਸਿੰਗ ਜੋ ਹੈ ਉਹ ਇਨਵੈਲਿਡ ਹੈ। What is full form of VLSI? Very low scale immunity, very low scale integrated, very large scale integrated, very large scale immunity. Question number 49 the right answer है option number C, very large scale integrated. नेक्स्ट क्वेश्चन है फुल फॉर्म ऑफ www इज़ वर्ल्ड वाइड वैब। ऑप्शन नंबर ए इज़ द राइट आंसर, ठीक है। तो उस तो बाद इन्होंने एक होर फुल फॉर्म दसी है www की फुल फॉर्म है वर्ल्ड वाइड वैब वॉर्म। फुल फॉर्म ऑफ IP यदि फुल फॉर्म भी सारिਆਂ ਨੂੰ पता होगी। IP की फुल फॉर्म है इंटरनेट प्रोटोकॉल, ठीक है। क्वेश्चन नंबर 51 द राइट आंसर ऑप्शन नंबर डी इंटरनेट प्रोटोकॉल। फुल फॉर्म ऑफ ASP की फुल फॉर्म भी सारे स्टूडेंट्स को पता होगी, एक्टिव सर्वर पेजेस। ऑप्शन नंबर सी इज़ द राइट आंसर, एक्टिव सर्वर पेजेस। मीनिंग ऑफ DOCX, डॉक्स का मीनिंग की है? डॉक्यूमेंट कॉपीड एंड जीरोक्स्ड, डॉक्यूमेंट एक्सटेंडेड, ड्राफ्ट कॉपीड एंड जीरोक्स्ड। डॉक्यूमेंट एक्सटेंडेड डॉक्स की फुल फॉर्म है 53 द राइट आंसर ऑप्शन नंबर बी, डॉक्यूमेंट एक्सटेंडेड। RTC की फुल फॉर्म है रियल टाइम क्लॉक। बाकी ये ऑप्शन गलत ने, राइट आंसर है रियल टाइम क्लॉक। 54 द राइट आंसर ऑप्शन नंबर ए, रियल टाइम क्लॉक। फुल फॉर्म ऑफ DARPA दरपा की फुल फॉर्म की है? डिजिटल एडवांस रिसर्च प्रोजेक्ट एजेंसी, डिजिटल अरिथमेटिक रिसर्च प्रोजेक्ट एजेंसी, डिफेंस एडवांस रिसर्च प्रोजेक्ट एजेंट, डिफेंस एडवांस रिसर्च प्रोजेक्ट एजेंसी।
डरपा की फुल फॉर्म है डिफेंस एडवांस रिसर्च प्रोजेक्ट एजेंसी। ऑप्शन नंबर डी इज़ द राइट आंसर। 55 द राइट आंसर है ऑप्शन नंबर डी, डिफेंस एडवांस रिसर्च प्रोजेक्ट एजेंसी। फुल फॉर्म ऑफ DRAM डायनामिक रैंडम एक्सैस मैमरी। ये भी काफ़ी ईजी क्वेश्चन है, सारे बच्चों को इसका आंसर पता होगा। फुल फॉर्म ऑफ NOS की फुल फॉर्म न्यू ऑपरेटिंग सिस्टम, नैटवर्क ऑपरेटिंग सोर्स, नैटवर्क ऑपरेटिंग सिस्टम, नैटवर्क ओरिजिनल सिस्टम। NOS की फुल फॉर्म है ऑप्शन सी, नैटवर्क ऑपरेटिंग सिस्टम। NOS की फुल फॉर्म है नैटवर्क ऑपरेटिंग सिस्टम। फुल फॉर्म ऑफ OMR आप पहला ही करके आ चुके हैं, ऑप्टिकल मार्क रिकॉग्निशन या रीडर इज द फुल फॉर्म ऑफ OMR। 59 फुल फॉर्म ऑफ कोबोल। कोबोल की एक लैंग्वेज है, केड़ी लैंग्वेज है? कंप्यूटर एंड बिजनेस लैंग्वेज, कंप्यूटर एंड बेसिक ऑपरेशन लैंग्वेज, कॉमन बिजनेस ओरिएंटेड लैंग्वेज, कॉमन बिजनेस ऑर्गेनाइज लैंग्वेज। कॉमन बिजनेस ओरिएंटेड लैंग्वेज है कोबोल। COBOL केड़ी लैंग्वेज है? कॉमन बिजनेस ओरिएंटेड लैंग्वेज। 59 द राइट आंसर ऑप्शन सी। फुल फॉर्म ऑफ मैन सारिਆਂ ਨੂੰ पता होगा, मैट्रोपोलिटन एरिया नैटवर्क। ऑप्शन नंबर सी इज़ द राइट आंसर। फुल फॉर्म ऑफ CUI कंट्रोल यूज़र इंटरैक्शंस, कंट्रोल यूज़र इंटरफेसिस, कमांड लाइन यूज़र इंटरफेसिस और करैक्टर यूज़र इंटरफेस, कॉमन यूज़र इंटरफेस। CUI ਦੀਆਂ दो फुल फॉर्म्स बनदियां ने, पहली है कमांड लाइन यूज़र इंटरफेस या करैक्टर यूज़र इंटरफेस। ये दोनों ही तुसीं याद रखनियां ने, करैक्टर यूज़र इंटरफेस या कमांड लाइन यूज़र इंटरफेसिस। ऑप्शन सी इज़ द राइट आंसर। फुल फॉर्म ऑफ DSL डिवेलपर स्ट्रक्चरल लैंग्वेज, डाटा सीक्वेंसी लेटेंसी, डिज़ाइन सिस्टम लैंग्वेज, डिजिटल सबसक्राइबर लाइन। 62 द राइट आंसर की होगा? DSL की फुल फॉर्म है डिजिटल सबसक्राइबर लाइन। ऑप्शन नंबर डी इज़ द राइट आंसर, डिजिटल सबसक्राइबर लाइन। फुल फॉर्म ऑफ HDD हार्ड डिस्क ड्राइव हाई डेफिनेशन डाटा, हाइपर टेक्स्ट डिवाइस डाटा, हिडन डिवाइस डाटा। ऑप्शन नंबर ए हार्ड डिस्क ड्राइव। हार्ड डिस्क ड्राइव HDD की फुल फॉर्म है। क्वेश्चन 64 फुल फॉर्म ऑफ PPP पीयर टू पर्सनल प्रोटोकॉल, पीयर टू पीयर प्रोटोकॉल, पोर्टेबल पर्सनल प्रोटोकॉल, प्री प्रोग्राम्ड प्रोटोकॉल। PPP की फुल फॉर्म होंगी है पीयर टू पीयर प्रोटोकॉल। 64 का राइट आंसर है ऑप्शन बी। वट इज़ द फुल फॉर्म ऑफ VAN? VAN वैन की फुल फॉर्म होंगी है वर्चुअल एरिया नेटवर्क। ऑप्शन नंबर सी इज़ द राइट आंसर। हू डिवेलप्ड इंटीग्रेट चिप? इंटीग्रेटेड चिप किहने डिवेलप की? CV रमन, रॉबर्ट नायक, JS किल्बी, C बैबेज। इंटीग्रेट चिप डिवेलप की गई सी JS किल्बी द्वारा। ऑप्शन नंबर सी द राइट आंसर है, इंटीग्रेट चिप डिवेलप की JS किल्बी द्वारा। ऑप्शन सी। वैन वाज द फर्स्ट GPS सैटेलाइट लॉन्च्ड? पहली GPS सैटेलाइट नूं कदों लॉन्च किया गया? 1776, 1978, 1994, 1963। पहली GPS सैटेलाइट नूं कदों लॉन्च किया गया? ऑप्शन बी 1978 दे विच GPS सैटेलाइट पहली नूं लॉन्च किया गया। 1978 इज़ द राइट आंसर। क्वेश्चन 68 हू लॉन्च्ड द फर्स्ट कमर्शियल 1G नैटवर्क इन द वर्ल्ड? पूरे संसार दे विच पहला कमर्शियल ID नैटवर्क किसने लॉन्च किया? ये क्वेश्चन मेरे अकॉर्डिंगली मैं पहला भी करवाया हुआ है, बच्चों को आंदा होगा। द राइट आंसर है NTT जापान। NTT जापान वालों पहला कमर्शियल 1G नैटवर्क लॉन्च किया गया सी। नेम गिवन टू द इलैक्ट्रॉनिक डिवाइस दैट रिसीव्स अ सिग्नल रीट्रांसमिट्स इट एट अ हायर लैवल। इलैक्ट्रॉनिक डिवाइस जिहड़ा सिग्नल रिसीव करता है, इनू रीट्रांसमिट कर दिंदा है हायर लैवल 'च, उहनूं की कहंदे आ? हब, रिपीटर, स्विच या HIDS। इनू क्या जाता है? ऑप्शन नंबर बी रिपीटर। 69 द राइट आंसर है बी रिपीटर।
which of the following is the smallest visual element on a video monitor? Video monitor the smallest visual element केड़ा है? Character, pixel, byte या bit? जो वीडियो मॉनिटर ਦੇ ਵਿਜ਼ੂਅਲ ਐਲੀਮੈਂਟ ਦੀ ਗੱਲ ਕਰੀਏ ਤਾਂ ਸਮੋਲੈਸਟ ਵਿਜ਼ੂਅਲ ਐਲੀਮੈਂਟ ਹੁੰਦਾ ਹੈ ਪਿਕਸਲ। ਕੁਐਸਚਨ ਨੰਬਰ 70th ਰਾਈਟ ਆਂਸਰ ਆਪਸ਼ਨ ਨੰਬਰ ਬੀ ਪਿਕਸਲ। ओरिजिनल नेम ऑफ जीपीएस सिस्टम ਦਾ ओरिजिनल नेम ਕੀ ਸੀ? जी स्टार, नव स्टार, गव स्टार, नन? नव स्टार जीपीएस सिस्टम ਦਾ ओरिजिनल नेम ਸੀ। क्वेश्चन नंबर 71 ਦਾ राइट आंसर है ऑप्शन नंबर बी। What is the minimum number of GPS satellite you need to receive information from in order to get a fix on your horizontal position? ਜੇ ਤੁਸੀਂ ਹੌਰੀਜ਼ੌਂਟਲ ਪੋਜੀਸ਼ਨ ਤੇ ਹੋ ਕਿੰਨੇ ਨੰਬਰ ਆਫ GPS ਸੈਟੇਲਾਈਟ ਤੁਹਾਨੂੰ ਚਾਹੀਦੇ ਆ ਇਨਫੋਰਮੇਸ਼ਨ ਰਿਸੀਵ ਕਰਨ ਨੂੰ? ਆਨਸਰ ਹੈ ਆਪਸ਼ਨ ਨੰਬਰ ਡੀ 4। ਹੌਰੀਜ਼ੌਂਟਲ ਪੋਜੀਸ਼ਨ ਦੇ ਵਿੱਚ ਕਿੰਨੇ GPS ਸੈਟੇਲਾਈਟ ਚਾਹੀਦੇ ਹੁੰਦੇ ਆ? 4। ਤੇ ਜੇ ਵਰਟੀਕਲ ਪੋਜੀਸ਼ਨ ਹੋਵੇ ਸੇਮ ਕੁਐਸਚਨ ਹੈ ਕਿੰਨੇ ਮਿਨੀਮਮ ਨੰਬਰ ਆਫ GPS ਸੈਟੇਲਾਈਟ ਤੁਹਾਨੂੰ ਚਾਹੀਦੇ ਆ ਜੇ ਤੁਸੀਂ ਇਨਫੋਰਮੇਸ਼ਨ ਪ੍ਰਾਪਤ ਕਰਨੀ ਆ ਔਨ ਯੋਰ ਵਰਟੀਕਲ ਪੋਜੀਸ਼ਨ। ਜੇ ਤੁਸੀਂ ਵਰਟੀਕਲ ਪੋਜੀਸ਼ਨ ਤੇ ਹੋ ਤੁਹਾਨੂੰ ਕਿੰਨੇ GPS ਸੈਟੇਲਾਈਟ ਚਾਹੀਦੇ ਨੇ? 3। ਹੌਰੀਜ਼ੌਂਟਲ ਦੇ ਵਿੱਚ 4 ਤੇ ਵਰਟੀਕਲ ਦੇ ਵਿੱਚ 3। ਬਲੂਟੁੱਥ ਕੀ ਸਪੋਰਟ ਕਰਦਾ ਹੈ? ਪੁਆਇੰਟ ਟੂ ਪੁਆਇੰਟ ਕਨੈਕਸ਼ਨਸ, ਪੁਆਇੰਟ ਟੂ ਮਲਟੀ ਪੁਆਇੰਟ ਕਨੈਕਸ਼ਨਸ, both point to point connections and point to multi point connections, multi point to point connections? C, point to point connections and point to multi point connections ਦੋਨਾਂ ਨੂੰ ਸਪੋਰਟ ਕਰਦਾ ਹੈ ਬਲੂਟੁੱਥ। नेक्स्ट क्वेश्चन है 75 ब्लूटूथ यूजेस डैश कम्युनिकेट बिटवीन टू डिवाइसेस। ब्लूटूथ किस चीज़ ਨੂੰ यूज़ करता है? दो डिवाइसेस ਦੇ ਵਿੱਚ ਕਮਿਊਨੀਕੇਸ਼ਨ ਕਰਨ ਲਈ। रेडियो वेव, इंफ्रारेड वेव, माइक्रोवेव, नन ऑफ दीज? ब्लूटूथ यूज़ करता है रेडियो वेव। ऑप्शन नंबर ए इज़ द राइट आंसर। ब्लूटूथ यूजेस रेडियो वेव टू कम्युनिकेट बिटवीन द टू डिवाइसेस। An alternate name for the completely interconnected network topology। network topology ਜਿਹੜੀ ਪੂਰੀ ਤਰ੍ਹਾਂ ਨਾਲ ਇੰਟਰਕਨੈਕਟਡ ਹੁੰਦੀ ਹੈ ਉਹਦਾ ਦੂਸਰਾ ਨਾਮ ਕੀ ਹੈ? ਮੈਸ਼, ਸਟਾਰ, ਰਿੰਗ ਜਾਂ ਟਰੀ? ਮੈਸ਼ ਟੋਪੋਲੋਜੀ ਕਿਹਾ ਜਾਂਦਾ ਹੈ ਉਸ ਟੋਪੋਲੋਜੀ ਨੂੰ ਜਿਹੜੀ ਇੰਟਰਕਨੈਕਟਡ ਹੁੰਦੀ ਹੈ। ਫਿਜ਼ੀਕਲ ਔਰ ਲੌਜੀਕਲ ਅਰੇਂਜਮੈਂਟ ਆਫ ਨੈਟਵਰਕ ਦਾ ਫਿਜ਼ੀਕਲ ਜਾਂ ਲੌਜੀਕਲ ਅਰੇਂਜਮੈਂਟ ਉਹਨੂੰ ਕੀ ਕਿਹਾ ਜਾਂਦਾ ਹੈ? ਟੋਪੋਲੋਜੀ, ਰਾਊਟਿੰਗ, ਨੈਟਵਰਕਿੰਗ ਜਾਂ ਕੰਟਰੋਲ? ਆਨਸਰ ਹੈ ਆਪਸ਼ਨ ਨੰਬਰ ਏ ਟੋਪੋਲੋਜੀ। ਫਿਜ਼ੀਕਲ ਔਰ ਲੌਜੀਕਲ ਅਰੇਂਜਮੈਂਟ ਆਫ ਨੈਟਵਰਕ ਇਜ਼ ਨੋਨ ਐਜ਼ ਟੋਪੋਲੋਜੀ। What does SSL stand for? Secure Socket Layer, System Socket Layer, Secure System Login, Super User System Login? राइट आंसर है ऑप्शन नंबर ए सिक्योर सॉकेट लेयर। SSL stands for Secure Socket Layer। 79 question, which section of IT Act covers most of the common crimes arising out of unauthorized access? IT Act ਕਿਹੜਾ ਹੈ ਜਿਹੜਾ ਬਣਾਇਆ ਗਿਆ ਹੈ ਜਿਹੜੇ ਕ੍ਰਾਈਮ ਹੁੰਦੇ ਆ ਅਨਆਥੋਰਾਈਜ਼ਡ ਐਕਸੈਸ ਦੇ ਕਾਰਨ ਉਹਨੂੰ ਘਟਾਉਣ ਵਾਸਤੇ ਜਿਹੜੇ ਕ੍ਰਾਈਮ ਹੁੰਦੇ ਆ ਕਿਹੜਾ IT Act ਬਣਾਇਆ ਗਿਆ ਹੈ? ਸੈਕਸ਼ਨ 66, 67, 73, 74 ਇਹਦਾ ਆਨਸਰ ਵੀ ਸਾਰਿਆਂ ਨੂੰ ਪਤਾ ਹੋਊਗਾ। 66 ਸੈਕਸ਼ਨ ਬਣਾਇਆ ਗਿਆ ਹੈ ਅਨਆਥੋਰਾਈਜ਼ਡ ਐਕਸੈਸ ਵਾਸਤੇ ਜਿਹੜਾ IT Act ਬਣਾਇਆ ਗਿਆ ਉਹ ਹੈਗਾ ਸੈਕਸ਼ਨ 66 ਨੂੰ ਅੱਗੇ ਕਾਫੀ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਵੀ ਗਿਆ ਹੈ ਜਿਵੇਂ ਕਿ 66 ਦਾ C ਹੈਗਾ ਇੱਕ ਐਕਟ। ਸੈਕਸ਼ਨ 66 C ਆਫ IT Act ਡੀਲਸ ਵਿਦ ਜਿਹੜਾ C ਐਕਟ ਹੈਗਾ 66 C ਉਹ ਕਿਹਨਾਂ ਡੀਲ ਕਰਦਾ ਹੈ? ਸਾਈਬਰ ਸਟਾਕਿੰਗ, ਈਮੇਲ ਬੌਂਬਿੰਗ, ਚਾਈਲਡ ਪੋਰਨੋਗ੍ਰਾਫੀ, ਪਨਿਸ਼ਮੈਂਟ ਫॉर ਆਈਡੈਂਟੀਟੀ ਥੈਫਟ। 80th ਦਾ ਰਾਈਟ ਆਂਸਰ ਆਪਸ਼ਨ ਨੰਬਰ ਡੀ ਪਨਿਸ਼ਮੈਂਟ ਫॉर ਆਈਡੈਂਟੀਟੀ ਥੈਫਟ ਵਾਸਤੇ ਕਿਹੜਾ ਐਕਟ ਬਣਾਇਆ ਗਿਆ ਹੈ? 66 C ਆਫ IT Act। Question number 81, which act in India focuses on data protection and data privacy? डाटा प्रोटेक्शन ते डाटा प्राइवेसी लिए किहड़ा एक्ट बनाया गया है? ऑप्शन नंबर डी IT अमेंडमेंट एक्ट 2008। ये एक्ट पहला IT एक्ट 2000 ਦੇ ਵਿੱਚ ਬਣਾਇਆ ਗਿਆ ਸੀ ਪਰ ਬਾਅਦ ਵਿੱਚ ਇਹਦੇ ਵਿੱਚ ਕਾਫੀ ਅਮੈਂਡਮੈਂਟ ਕਰ ਦਿੱਤੀਆਂ ਗਈਆਂ ਤੇ ਡਾਟਾ ਪ੍ਰੋਟੈਕਸ਼ਨ ਤੇ ਪ੍ਰਾਈਵੇਸੀ ਵਾਸਤੇ ਬਣਾਇਆ ਗਿਆ ਹੈ IT ਅਮੈਂਡਮੈਂਟ ਐਕਟ 2008।
ऑप्शन नंबर डी इज द राइट आंसर। वट इज़ द प्रपोज्ड पनिशमेंट फॉर साइबर टैररिज्म इन IT एक्ट। की पनिशमेंट दी जाती है जो साइबर टैररिज्म होंदा है IT एक्ट के अकॉर्डिंगली। ਇਹਦੇ लिए लाइफ इंप्रीजनमेंट भी हो सकती है। 82 ਦਾ राइट आंसर है बी, लाइफ इंप्रीजनमेंट। जे साइबर टैररिज्म की जाती है तो लाइफ इंप्रीजनमेंट भी हो सकती है। टैंपरिंग ऑफ कंप्यूटर सोर्स कोड कवर इन। टैंपरिंग ऑफ कंप्यूटर सोर्स कोड कवर इन। जे कंप्यूटर के सोर्स कोड के नाल छेड़छाड़ की जाती है, सोर्स कोड नूं किसी तरीके दे नाल छुपा दिता जाता है, खराब कर दिता जाता है या कुछ भी किया जाता है तो किहड़े IT एक्ट के अधीन कार्रवाई की जाती है? सैक्शन 65 के अधीन। सो कंप्यूटर सोर्स कोड की जो टैंपरिंग होंदी है तो किहदे विच आंदा है? सैक्शन 65 दे विच। नेक्स्ट क्वेश्चन है रेफर्स टू ईमेल दैट अपेयर्स टू हैव बीन ऑरिजिनेटेड फ्रॉम वन सोर्स वैन इट वॉज एक्चुअली सेंड फ्रॉम अनदर सोर्स। कई वेले की हुंदा है सानू लगता है ईमेल किसी ईमेल एड्रैस तो आई है पर असल दे विच किसी होर ईमेल एड्रैस तो किसी ने चलाकी दे नाल भेजी हुंदी है, उन्होंने की कहा जाता है? ईमेल बॉम्बिंग, ईमेल स्पूफिंग, ईमेल स्पैमिंग, नन ऑफ दीज। राइट आंसर है ईमेल स्पूफिंग। ऑप्शन नंबर बी इज द राइट आंसर, ईमेल स्पूफिंग। In cyber law terminology, DOS means denial of service, disk operating system, distant operator service, none of these। DOS की full form है denial of service। Option number A। Question number 86, section 66F of IT Act deals with cyber stalking, email bombing, child pornography, cyber terrorism। 66F किहदे नाल डील करता है? ऑप्शन नंबर डी, साइबर टैररिज्म दे नाल। एक्ट ऑफ अटैम्प्टिंग टू acquire information such as username, password, credit card details by masquerading as a trustworthy entity is called। कई तरीके की चलाकी वरतना ताकि किसी का यूजर नेम, पासवर्ड, क्रेडिट कार्ड डिटेल्स वगैरह पता लग सके, ट्रस्टवर्दी बन के उन्होंने की किया जाता है? ईमेल बॉम्बिंग, स्पैमिंग, साइबर स्टॉकिंग या फिशिंग। राइट आंसर है ऑप्शन नंबर डी, फिशिंग। ठीक है जी। तो स्टूडेंट नैक्सट क्वेश्चन भी है। नैक्सट क्वेश्चन है इंडियाज़ फर्स्ट साइबर पुलिस स्टेशन। इंडिया का पहला फर्स्ट साइबर पुलिस स्टेशन कित्थे बनाया गया है? दिल्ली, बंगलौर, चेन्नई या मुंबई। राइट आंसर है ऑप्शन नंबर बी, बेंगलौर दे विच जो है फर्स्ट साइबर पुलिस स्टेशन बनाया गया है। तो स्टूडेंट्स अज की वीडियो के बस आप इन्ने कोई इंपॉर्टेंट क्वेश्चनस लैके आए हैं। तुसीं इस वीडियो को फुल जरूर देखियो तो जो एक बार दे विच नहीं समझ आती तुसीं इहनूं 2 बारी देख सकते हो तां जो तुहानूं क्वेश्चनस जो ने वो याद हो जाण। जे तुहानूं वीडियो पसंद आई होवे तो चैनल सबसक्राइब ते लाइक जरूर कर दिओ। मिलते हैं अगली वीडियो के तद तक लिए रब रखा। धन्यवाद।